हे गाइस, यू आर स्टडिंग ऑन PSCB इंग्लिश। ਤੇ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਲੈ ਕੇ ਆਏ ਹਾਂ ਕਲਾਸ 11 ਦਾ ਚੈਪਟਰ 2 ਜੋ ਕਿ ਇਹ ਦਾ ਪੋਰਟਰੇਟ ਆਫ ਲੇਡੀ, ਉਸ ਦੇ ਸ਼ਾਰਟ ਆਨਸਰ ਟਾਈਪ ਕੁਐਸਚਨਸ। ਆਪਾਂ ਜਿਹੜੀ ਪਹਿਲੀ ਵੀਡੀਓ ਸੀਗੀ ਉਸ ਦੇ ਵਿੱਚ ਆਪਾਂ ਸਮਰੀ ਅੱਛੀ ਤਰ੍ਹਾਂ ਨਾਲ ਸਮਝ ਲਈ ਸੀ। ਜਿਨ੍ਹਾਂ ਨੇ ਹਜੇ ਤੱਕ ਉਹ ਵੀਡੀਓ ਨਹੀਂ ਦੇਖੀ, ਮੈਂ ਆਈ ਬਟਨ ਤੇ ਡਿਸਕ੍ਰਿਪਸ਼ਨ ਵਿੱਚ ਉਸ ਦਾ ਲਿੰਕ ਦਿੱਤਾ ਹੋਇਆ ਹੈ, ਤੁਸੀਂ ਉੱਥੇ ਜਾ ਕੇ ਚੈੱਕ ਕਰ ਸਕਦੇ ਹੋ। ਅਤੇ ਮੇਰੀ ਜਿਹੜੀ ਪਹਿਲੀ ਵਾਲੀ ਵੀਡੀਓ ਉਹ ਦੇਖ ਕੇ ਫਿਰ ਸ਼ਾਰਟ ਆਨਸਰ ਟਾਈਪ ਕੁਐਸਚਨਸ ਵਾਲੀ ਵੀਡੀਓ ਨੂੰ ਦੇਖ ਸਕਦੇ ਹੋ। ਇਸ ਤੋਂ ਅੱਗੇ ਮੈਂ ਲੌਂਗ ਆਨਸਰ ਟਾਈਪ ਕੁਐਸਚਨਸ ਵੀ ਲੈ ਕੇ ਆਵਾਂਗਾ। ਚਲੋ ਫਿਰ ਸ਼ੁਰੂ ਕਰਦੇ ਹਾਂ। ਕੁਐਸਚਨ ਨੰਬਰ 1 ਤੁਹਾਡਾ ਹੈਗਾ ਹੂਜ਼ ਪੋਰਟਰੇਟ ਹੰਗ ਅਬਵ ਦਾ ਮੈਂਟਲ ਪੀਸ ਇਨ ਦਾ ਡਰਾਇੰਗ ਰੂਮ। ਜਿਹੜਾ ਔਦਰ ਦਾ ਜਿਹੜਾ ਪਿੰਡ ਵਾਲਾ ਘਰ ਸੀਗਾ, ਉੱਥੇ ਜਿਹੜਾ ਮੈਂਟਲ ਪੀਸ ਸੀਗਾ ਉਸ ਦੇ ਉੱਪਰ ਕਿਹਦੀ ਪਿਕਚਰ ਲੱਗੀ ਹੋਈ ਸੀ? ਇਸ ਦਾ ਆਨਸਰ ਹੈ ਰਾਈਟਰਸ ਗ੍ਰੈਂਡਫਾਦਰਸ ਪੋਰਟਰੇਟ ਵਾਸ ਹੈਂਗਡ ਅਬਵ ਦਾ ਮੈਂਟਲ ਪੀਸ ਇਨ ਦਾ ਡਰਾਇੰਗ ਰੂਮ। ਜਿਹੜਾ ਰਾਈਟਰ ਦਾ ਗ੍ਰੈਂਡਫਾਦਰ ਸੀਗਾ, ਉਹਨਾਂ ਦੀ ਜਿਹੜੀ ਪਿਕਚਰ ਸੀਗੀ ਉਹ ਲੱਗੀ ਹੋਈ ਸੀ ਮੈਂਟਲ ਪੀਸ ਦੇ ਉੱਪਰ ਡਰਾਇੰਗ ਰੂਮ ਦੇ ਵਿੱਚ। ਕੁਐਸਚਨ ਨੰਬਰ 2, what according to the author was absurd and undignified on grandmother's part। ਜਿਹੜਾ author ਸੀਗਾ ਉਸਨੂੰ grandmother ਦੇ ਪਾਰਟ ਵਿੱਚ ਕੀ ਮਤਲਬ ਕਿ ਅਵਿਸ਼ਵਾਸਜਨਕ ਲੱਗਦਾ ਸੀਗਾ? ਇਸ ਦਾ ਆਨਸਰ ਹੈ people said that grandmother was once pretty and young, according to author it was absurd and undignified on grandmother's part। ਲੋਕੀ ਕਹਿੰਦੇ ਸੀਗੇ ਕਿ ਉਸਦੀ ਜਿਹੜੀ grandmother ਸੀਗੀ ਇੱਕ ਟਾਈਮ 'ਤੇ ਬਹੁਤ ਹੀ ਜ਼ਿਆਦਾ ਸੁੰਦਰ ਅਤੇ ਬਹੁਤ ਹੀ ਜ਼ਿਆਦਾ ਦਿਖਣ ਵਿੱਚ ਜਵਾਨ ਸੀਗੇ, ਪਰ ਔਦਰ ਦੇ ਅਕੋਰਡਿੰਗ ਆ ਸਭ ਇੱਕ ਤਰ੍ਹਾਂ ਉਸਨੂੰ ਬਕਵਾਸ ਹੀ ਲੱਗਦਾ ਸੀਗਾ। ਕੁਐਸਚਨ ਨੰਬਰ 3, ਵਾਈ ਡਿਡ ਸ਼ੀ ਸੇ ਹਰ ਪ੍ਰੇਅਰ ਇਨ ਅ ਮੌਂਟੇਨਸਿੰਗ ਸੌਂਗ। ਜਿਹੜੀ ਗ੍ਰੈਂਡਮਦਰ ਸੀਗੀ ਉਹ ਰੋਜ਼ ਹੀ ਇੱਕੋ ਹੀ ਪ੍ਰੇਅਰ ਸੌਂਗ ਬਾਰ-ਬਾਰ ਰਿਪੀਟ ਕਿਉਂ ਕਰਦੀ ਸੀ? ਇਸ ਦਾ ਆਨਸਰ ਹੈ ਸ਼ੀ ਹੋਪਡ ਦੈਟ ਔਦਰ ਵੁੱਡ ਆਲਸੋ ਕਮ ਟੂ ਲਰਨ ਦਿਸ ਪ੍ਰੇਅਰਸ ਬਾਏ ਹਾਰਟ, ਦੇਅਰਫੋਰ ਸ਼ੀ ਸੇ ਹਰ ਪ੍ਰੇਅਰਸ ਇਨ ਅ ਮੌਂਟੇਨਸ ਸਿੰਗ ਸੌਂਗ। ਉਸ ਨੂੰ ਲੱਗਦਾ ਸੀਗਾ ਕਿ ਜਿਹੜਾ ਔਦਰ ਹੈ ਉਹ ਵੀ ਇਸ ਪ੍ਰੇਅਰਸ ਨੂੰ ਆਪਣੇ ਦਿਲੋਂ ਵਜੋਂ ਸਵੀਕਾਰ ਕਰੇਗਾ ਅਤੇ ਇਸ ਨੂੰ ਸਿੱਖ ਲਵੇਗਾ, ਤਾਂ ਕਰਕੇ ਉਹ ਰੋਜ਼ ਹੀ ਇੱਕੋ ਹੀ ਪ੍ਰੇਅਰ ਨੂੰ ਬਾਰ-ਬਾਰ ਰਿਪੀਟ ਕਰਦੀ ਸੀ। ਕੁਐਸਚਨ ਨੰਬਰ 4, ਵਟ ਡਿਡ ਦੇ ਹੈਵ ਫॉर ਬ੍ਰੇਕਫਾਸਟ। ਉਹ ਆਪਣੇ ਬ੍ਰੇਕਫਾਸਟ ਵਿੱਚ ਕੀ ਖਾਂਦੇ ਸੀਗੇ? ਇਸ ਦਾ ਆਨਸਰ ਹੈ ਦੇ ਏਟ ਸਟੇਲ ਚਪਾਤੀ ਵਿਦ ਬਟਰ ਐਂਡ ਇਨ ਦੇਅਰ ਬ੍ਰੇਕਫਾਸਟ। ਉਹ ਇੱਕ ਚਪਾਤੀ ਖਾਂਦੇ ਸੀਗੇ। ਕਿਸ ਦੇ ਨਾਲ ਖਾਂਦੇ ਸੀਗੇ? ਬਟਰ ਦੇ ਨਾਲ ਉਹ ਚਪਾਤੀ ਖਾਂਦੇ ਸੀਗੇ ਆਪਣੇ ਬ੍ਰੇਕਫਾਸਟ ਦੇ ਵਿੱਚ। ਕੁਐਸਚਨ ਨੰਬਰ 5, ਵਾਈ ਡਿਡ ਗ੍ਰੈਂਡਮਦਰ ਆਲਵੇਜ਼ ਗੋ ਟੂ ਸਕੂਲ ਵਿਦ ਦਾ ਔਦਰ। ਜਿਹੜੀ ਗ੍ਰੈਂਡਮਦਰ ਸੀਗੀ ਉਹ ਔਦਰ ਦੇ ਨਾਲ ਹਮੇਸ਼ਾ ਸਕੂਲ ਕਿਉਂ ਜਾਂਦੇ ਸੀਗੇ? ਇਸ ਦਾ ਆਨਸਰ ਹੈ ਦ ਸਕੂਲ ਵਾਜ਼ ਅਟੈਚ ਟੂ ਦਾ ਟੈਂਪਲ, ਦ ਗ੍ਰੈਂਡਮਦਰ ਵੁੱਡ ਸਿਟ ਦੇਅਰ ਐਂਡ ਰੀਡ ਸਕ੍ਰਿਪਚਰਸ। ਜਿਹੜਾ ਸਕੂਲ ਸੀਗਾ ਉਹ ਟੈਂਪਲ ਦੇ ਨਾਲ ਅਟੈਚ ਸੀਗਾ, ਟੈਂਪਲ ਦੇ ਨਾਲ ਹੀ ਸੀਗਾ, ਅਤੇ ਜਿਹੜੇ ਗ੍ਰੈਂਡਮਦਰ ਸੀਗੇ ਉਹ ਟੈਂਪਲ ਦੇ ਵਿੱਚ ਬਹਿ ਕੇ ਉੱਥੇ ਪ੍ਰੇਅਰ ਕਰਦੇ ਸੀਗੇ ਅਤੇ ਧਾਰਮਿਕ ਕਿਤਾਬਾਂ ਨੂੰ ਪੜ੍ਹਦੇ ਸੀਗੇ। ਕੁਐਸਚਨ ਨੰਬਰ 6, the children in the village school were taught alphabet, did grandmother know the alphabet। ਪਿੰਡ ਦੇ ਸਕੂਲ ਵਿੱਚ ਬੱਚਿਆਂ ਨੂੰ ਅਲਫਾਬੈਟ ਵੀ ਪੜ੍ਹਾਇਆ ਜਾਂਦਾ ਸੀਗਾ ਅਤੇ ਗ੍ਰੈਂਡਮਦਰ ਨੂੰ ਅਲਫਾਬੈਟ ਆਉਂਦਾ ਸੀਗਾ। ਇਸ ਦਾ ਆਨਸਰ ਹੈ ਯੈਸ, ਗ੍ਰੈਂਡਮਦਰ ਨਿਊ ਦਾ ਅਲਫਾਬੈਟ। ਗ੍ਰੈਂਡਮਦਰ ਨੂੰ ਅਲਫਾਬੈਟ ਆਉਂਦੇ ਸੀਗੇ। ਕੁਐਸਚਨ ਨੰਬਰ 7, ਹਾਊ ਡਿਡ ਦੇ ਫੀਡ ਦਾ ਵਿਲੇਜ ਡੌਗਸ ਵਾਈਲ ਰਿਟਰਨਿੰਗ ਹੋਮ। ਉਹ ਵਾਪਸ ਘਰ ਆਉਂਦੇ ਹੋਏ ਜਿਹੜੇ ਪਿੰਡ ਦੇ ਕੁੱਤੇ ਸੀਗੇ ਉਹਨਾਂ ਨੂੰ ਕਿੱਦਾਂ ਖਾਣਾ ਖਵਾਉਂਦੇ ਸੀਗੇ? ਆਨਸਰ ਦੇ ਕੈਰੀਡ ਸਰਵਲ ਸਟੀਲਡ ਚਪਾਤੀਸ ਵਿਦ ਦੈਮ ਫॉर ਦਾ ਵਿਲੇਜ ਡੌਗਸ। ਉਹ ਆਪਣੇ ਨਾਲ ਕਾਫੀ ਸਾਰੀ ਬਾਸੀ ਰੋਟੀਆਂ ਜਿਹੜੀ ਸੀਗੀ ਉਹ ਲੈ ਕੇ ਜਾਂਦੇ ਸੀਗੇ। ਜਿਹੜੇ ਵਿਲੇਜ ਦੇ ਡੌਗ ਸੀਗੇ, ਜਿਹੜੇ ਪਿੰਡ ਦੇ ਕੁੱਤੇ ਸੀਗੇ, ਉਹਨਾਂ ਵਾਸਤੇ ਉਹ ਬਾਸੀ ਰੋਟੀਆਂ ਲੈ ਕੇ ਜਾਂਦੇ ਸੀਗੇ। ਕੁਐਸਚਨ ਨੰਬਰ 8, ਦੈਟ ਵਾਸ ਅ ਟਰਨਿੰਗ ਪੁਆਇੰਟ ਇਨ ਆਵਰ ਫਰੈਂਡਸ਼ਿਪ, ਵਾਟ ਹੈਪਨ ਟੂ ਦਾ ਫਰੈਂਡਸ਼ਿਪ। ਹੁਣ ਇੱਥੇ ਔਦਰ ਨੇ ਇੱਕ ਲਾਈਨ ਮੈਂਸ਼ਨ ਕੀਤੀ ਸੀਗੀ ਜਿਸ ਵਿੱਚ ਉਸਨੇ ਕਿਹਾ ਸੀਗਾ ਕਿ ਸਾਡੀ ਫਰੈਂਡਸ਼ਿਪ ਵਿੱਚ ਇੱਕ ਟਰਨਿੰਗ ਪੁਆਇੰਟ ਆਇਆ ਸੀਗਾ। ਉਹਨਾਂ ਦੀ ਫਰੈਂਡਸ਼ਿਪ ਨੂੰ ਕੀ ਹੋਇਆ ਸੀ? ਇਸ ਦਾ ਆਨਸਰ ਹੈ ਦ ਨਿਊ ਸਿਟੀ ਲਾਈਫ ਬਿਕਮ ਅ ਟਰਨਿੰਗ ਪੁਆਇੰਟ ਇਨ ਦੇਅਰ ਫਰੈਂਡਸ਼ਿਪ। ਜਿਹੜੀ ਨਵੀਂ ਸ਼ਹਿਰ ਦੀ ਜ਼ਿੰਦਗੀ ਸੀ ਉਹਨਾਂ ਦੀ ਲਾਈਫ ਵਿੱਚ ਇੱਕ ਟਰਨਿੰਗ ਪੁਆਇੰਟ ਬਣ ਕੇ ਆਇਆ ਸੀ। ਉਹਨਾਂ ਦੀ ਫਰੈਂਡਸ਼ਿਪ ਵਿੱਚ ਇੱਕ ਟਰਨਿੰਗ ਪੁਆਇੰਟ ਬਣ ਕੇ ਆ ਗਈ ਸੀ। ਕੁਐਸਚਨ ਨੰਬਰ 9, ਹਾਊ ਡਿਡ ਦਾ ਔਦਰ ਗੋ ਟੂ ਸਕੂਲ ਇਨ ਦਾ ਸਿਟੀ। ਜਿਹੜਾ ਔਦਰ ਸੀਗਾ ਖੁਸ਼ਵੰਤ ਸਿੰਘ, ਉਹ ਸਿਟੀ ਵਿੱਚ, ਸ਼ਹਿਰ ਵਿੱਚ ਆਪਣੇ ਸਕੂਲ ਕਿੱਦਾਂ ਜਾਂਦਾ ਸੀ? ਇਸ ਦਾ ਆਨਸਰ ਹੈ ਦ ਔਦਰ ਗੋ ਟੂ ਸਕੂਲ ਬਾਏ ਦਾ ਸਕੂਲ ਬੱਸ ਇਨ ਦਾ ਸਿਟੀ। ਜਿਹੜਾ ਔਦਰ ਖੁਸ਼ਵੰਤ ਸਿੰਘ ਸੀਗਾ ਉਹ ਸਕੂਲ ਬੱਸ ਦੇ ਰਾਹੀਂ ਆਪਣੇ ਸਕੂਲ ਵਿੱਚ ਜਾਂਦਾ ਸੀਗਾ ਜਦੋਂ ਸ਼ਹਿਰ ਵਿੱਚ ਸੀਗਾ। ਕੁਐਸਚਨ ਨੰਬਰ 10, ਵਾਈ ਵਾਸ ਗ੍ਰੈਂਡਮਦਰ ਅਨਹੈਪੀ ਅਬਾਊਟ ਦਾ ਸਕੂਲ ਐਜੂਕੇਸ਼ਨ ਇਨ ਦਾ ਸਿਟੀ। ਜਿਹੜੀ ਗ੍ਰੈਂਡਮਦਰ ਸੀਗੀ ਉਹ ਨਾਖੁਸ਼ ਕਿਉਂ ਸੀਗੀ ਸਕੂਲ ਦੀ ਐਜੂਕੇਸ਼ਨ ਦੇ ਨਾਲ? ਇਸ ਦਾ ਆਨਸਰ ਹੈ the grandmother was unhappy about the school education at the city because in the city school there was no religious education. Children were taught their science and even music. ਜਿਹੜੀ ਗ੍ਰੈਂਡਮਦਰ ਸੀਗੀ ਉਹ ਨਾਖੁਸ਼ ਇਸ ਕਰਕੇ ਸੀਗੀ ਸਕੂਲ ਦੀ ਐਜੂਕੇਸ਼ਨ ਦੇ ਨਾਲ
ਕਿਉਂਕਿ ਜਿਹੜਾ ਸਿਟੀ ਦਾ ਸਕੂਲ ਸੀਗਾ ਉੱਥੇ ਕੋਈ ਵੀ ਰਿਲੀਜੀਅਸ ਸਟੱਡੀ ਨਹੀਂ ਸੀ ਪੜ੍ਹਾਈ ਜਾਂਦੀ, ਧਰਮ ਦੇ ਨਾਲ ਜਾਂ ਸ਼ਾਸਤਰਾਂ ਦੇ ਨਾਲ ਉੱਥੇ ਕੋਈ ਵੀ ਐਜੂਕੇਸ਼ਨ ਨਹੀਂ ਦਿੱਤੀ ਜਾਂਦੀ ਸੀ। ਅਤੇ ਉਸ ਸਕੂਲ ਵਿੱਚ ਸਾਇੰਸ ਪੜ੍ਹਾਈ ਜਾਂਦੀ ਸੀ, ਇੱਥੋਂ ਤੱਕ ਮਿਊਜ਼ਿਕ ਵੀ ਪੜ੍ਹਾਇਆ ਜਾਂਦਾ ਸੀ, ਜੋ ਕਿ ਦਾਦੀ ਮਾਂ ਨੂੰ ਬਿਲਕੁਲ ਵੀ ਪਸੰਦ ਨਹੀਂ ਸੀ। ਕੁਐਸਚਨ ਨੰਬਰ 11, ਵਾਈ ਡਿਡ ਸ਼ੀ ਫੀਲ ਡਿਸਟਰਬਡ ਵੈਨ ਦ ਅਦਰ ਅਨਾਊਂਸ ਡੈਟ ਦੇ ਵਰ ਬੀਇੰਗ ਗਿਵਨ ਮਿਊਜ਼ਿਕ ਲਾਇਸੈਂਸ ਐਟ ਸਕੂਲ। ਜਿਹੜੀ ਗ੍ਰੈਂਡ ਮਦਰ ਸੀ, ਦਾਦੀ ਸੀ, ਉਹ ਦੁਖੀ ਕਿਉਂ ਹੋ ਗਈ ਸੀ ਜਦੋਂ ਅਦਰ ਨੇ ਦੱਸਿਆ ਕਿ ਉਹਨਾਂ ਨੂੰ ਸਕੂਲ ਵਿੱਚ ਮਿਊਜ਼ਿਕ ਦੇ ਲਾਇਸੈਂਸ ਦਿੱਤੇ ਜਾਂਦੇ ਨੇ? ਇਸ ਦਾ ਆਨਸਰ ਹੈ ਬਿਕੋਜ਼ ਟੂ ਹਰ ਮਿਊਜ਼ਿਕ ਹੈਡ ਲਿਵਡ ਐਸੋਸੀਏਸ਼ਨਸ, ਇਟ ਵਾਸ ਦ ਮੋਨੋਪੋਲੀ ਆਫ ਹਾਰਲਟਸ ਐਂਡ ਬੈਗਰਸ ਐਂਡ ਨੋਟ ਮੈਂਟ ਫॉर ਜੈਂਟਲ ਫॉर। ਉਸ ਨੂੰ ਲੱਗਦਾ ਸੀਗਾ ਕਿ ਜਿਹੜਾ ਮਿਊਜ਼ਿਕ ਹੈ ਉਹ ਲੋਅਰ ਕਲਾਸ ਪੀਪਲ ਦੇ ਵਾਸਤੇ ਹੈ, ਉਹ ਸਿਰਫ ਬੈਗਰਸ ਵਗੈਰਾ ਦੇ ਸਿੱਖਣ ਦੀ ਕਲਾ ਹੈ, ਮੰਗਤੇ ਵਗੈਰਾ ਦੇ ਸਿੱਖਣ ਦੀ ਕਲਾ ਹੈ, ਆਹ ਜੈਂਟਲਮੈਨ ਵਾਸਤੇ ਨਹੀਂ ਹੈਗਾ। ਕੁਐਸਚਨ ਨੰਬਰ 12, ਵੈਨ ਵਾਸ ਦ ਕਾਮਨ ਲਿੰਕ ਆਫ ਫਰੈਂਡਸ਼ਿਪ ਬਿਟਵੀਨ ਦ ਔਦਰ ਐਂਡ ਹਿਸ ਗ੍ਰੈਂਡਮਦਰ ਬ੍ਰੋਕਨ। ਜਿਹੜਾ ਉਹਨਾਂ ਦੇ ਕਾਮਨ ਲਿੰਕ ਸੀਗਾ ਫਰੈਂਡਸ਼ਿਪ ਦਾ, ਉਹ ਬਿਲਕੁਲ ਹੀ ਕਦੋਂ ਟੁੱਟ ਗਿਆ ਸੀਗਾ ਔਦਰ ਅਤੇ ਉਸਦੀ ਗ੍ਰੈਂਡਮਦਰ ਦੇ ਵਿੱਚ? ਇਸਦਾ ਆਨਸਰ ਹੈ ਵੈਨ ਔਦਰ ਵੈਂਟ ਅਪ ਟੂ ਦ ਯੂਨੀਵਰਸਿਟੀ ਹੀ ਵਾਸ ਗਿਵਨ ਹਿਸ ਸੈਪਰੇਟ ਰੂਮ, then the common link of the friendship between the author and his grandmother was broken। ਜਿਹੜਾ ਕਾਮਨ ਲਿੰਕ ਸੀਗਾ ਉਹਨਾਂ ਦੀ ਫਰੈਂਡਸ਼ਿਪ ਦਾ, ਉਹ ਉਦੋਂ ਟੁੱਟਿਆ ਜਦੋਂ ਔਦਰ ਯੂਨੀਵਰਸਿਟੀ ਚਲਾ ਗਿਆ। ਅਤੇ ਯੂਨੀਵਰਸਿਟੀ ਜਾਣ ਨਾਲ ਕੀ ਹੋਇਆ, ਉਸਨੂੰ ਉਸਦਾ ਇੱਕ ਵੱਖਰਾ ਕਮਰਾ ਦੇ ਦਿੱਤਾ ਗਿਆ ਘਰ ਵਿੱਚ, ਅਤੇ ਇਸ ਦੇ ਨਾਲ ਉਸ ਦੇ ਵਿੱਚ ਅਤੇ ਉਸਦੀ ਦਾਦੀ ਦੇ ਵਿੱਚ ਜਿਹੜੀ ਫਰੈਂਡਸ਼ਿਪ ਸੀਗੀ ਉਹ ਟੁੱਟ ਗਈ ਸੀ। ਕੁਐਸਚਨ ਨੰਬਰ 13, ਵਾਟ ਡਿਡ ਗ੍ਰੈਂਡਮਦਰ ਡੂ ਫਰੋਮ ਸਨਰਾਈਜ਼ ਟੂ ਸਨਸੈਟ। ਹੁਣ ਜਿਹੜੀ ਗ੍ਰੈਂਡਮਦਰ ਸੀਗੀ ਉਹ ਸੂਰਜ ਚੜ੍ਹਨ ਤੋਂ ਲੈ ਕੇ ਸੂਰਜ ਲੱਥਣ ਤੱਕ ਕੀ ਕਰਦੇ ਰਹਿੰਦੇ ਸੀਗੇ? ਇਸ ਦਾ ਆਨਸਰ ਹੈ ਦ ਗ੍ਰੈਂਡਮਦਰ ਸਪੈਂਡ ਆਲ ਟਾਈਮ ਫਰੋਮ ਸਨਰਾਈਜ਼ ਟੂ ਸਨਸੈਟ ਇਨ ਹਰ ਰੂਮ। ਉਹ ਸਾਰਾ ਟਾਈਮ ਆਪਣੇ ਰੂਮ ਵਿੱਚ ਹੀ ਬਿਤਾਉਂਦੇ ਸੀਗੇ। ਕੁਐਸਚਨ ਨੰਬਰ 14, ਵਟ ਟੁੱਕ ਦ ਪਲੇਸ ਆਫ ਵਿਲੇਜ ਡੌਗਸ ਇਨ ਦ ਗ੍ਰੈਂਡਮਦਰਸ ਲਾਈਫ ਇਨ ਦ ਸਿਟੀ। ਜਿਹੜੇ ਪਿੰਡ ਦੇ ਕੁੱਤਿਆਂ ਦੀ ਜਗ੍ਹਾ ਸਿਟੀ ਦੇ ਵਿੱਚ ਕਿਸ ਨੇ ਲੈ ਲਈ ਸੀ? ਇਸ ਦਾ ਆਨਸਰ ਹੈ ਦ ਬਰਡਸ ਟੁੱਕ ਦ ਪਲੇਸ ਆਫ ਵਿਲੇਜ ਡੌਗਸ ਇਨ ਦ ਗ੍ਰੈਂਡਮਦਰਸ ਲਾਈਫ ਇਨ ਦ ਸਿਟੀ। ਹੁਣ ਗ੍ਰੈਂਡਮਦਰ ਪਕਸ਼ੀਆਂ ਨੂੰ ਰੋਟੀ ਖਵਾਉਂਦੇ ਸੀਗੇ ਵਿਲੇਜ ਡੌਗਸ ਦੀ ਜਗ੍ਹਾ 'ਤੇ, ਅਤੇ ਉਹ ਜਿਹੜੇ ਵਿਲੇਜ ਡੌਗਸ ਦੀ ਜਗ੍ਹਾ ਗ੍ਰੈਂਡਮਦਰ ਦੀ ਲਾਈਫ ਵਿੱਚ ਬਰਡਸ ਨੇ ਲੈ ਲਈ ਸੀ। ਕੁਐਸਚਨ ਨੰਬਰ 15, ਵਟ ਕੁਡ ਹੈਵ ਬੀਨ ਦ ਕਾਜ਼ ਆਫ ਗ੍ਰੈਂਡਮਦਰਸ ਫਾਲਿੰਗ ਇਲ। ਜਿਹੜੀ ਗ੍ਰੈਂਡਮਦਰ ਸੀਗੀ ਔਦਰ ਦੀ ਜਿਹੜੀ ਦਾਦੀ ਸੀ, ਉਹ ਬਿਮਾਰ ਕਿਉਂ ਪੈ ਗਏ ਸੀਗੇ? ਸ਼ੀ ਫੈਲ ਇਲ ਬਿਕੋਜ਼ ਹਰ ਐਂਡ ਵਾਸ ਨੀਅਰ। ਉਹਨਾਂ ਦਾ ਅੰਤ ਬਿਲਕੁਲ ਉਹਨਾਂ ਦੇ ਲਾਗੇ ਆ ਗਿਆ ਸੀਗਾ, ਇਸ ਕਰਕੇ ਉਹ ਬਿਮਾਰ ਪੈ ਗਏ ਸੀ। ਕੁਐਸਚਨ ਨੰਬਰ 6, ਹਾਊ ਡਿਡ ਸਪੈਰੋ ਸ਼ੋ ਔਨ ਦ ਲਾਸਟ ਡੇ ਡੈਟ ਦੇ ਹੈਡ ਨਾਟ ਕਮ ਫੋਰ ਦ ਬ੍ਰੈਡ। ਜਦੋਂ ਸਪੈਰੋਸ ਆਈ ਸੀ, ਜਦੋਂ ਦਾਦੀ ਦੀ ਡੈਡ ਬੋਡੀ ਉਹਨਾਂ ਨੇ ਰੱਖੀ ਸੀਗੀ, ਤਾਂ ਉਸ ਟਾਈਮ 'ਤੇ ਆਪਾਂ ਪੜ੍ਹਿਆ ਸੀ ਬਹੁਤ ਸਾਰੀ ਸਪੈਰੋਸ ਆ ਗਈਆਂ ਸੀ। ਉਹਨਾਂ ਨੇ ਕਿੱਦਾਂ ਸ਼ੋਅ ਕੀਤਾ ਕਿ ਉਹ ਰੋਟੀ ਖਾਣ ਵਾਸਤੇ ਨਹੀਂ ਆਈਆਂ ਸੀ? ਇਸ ਦਾ ਆਨਸਰ ਹੈ ਦ ਬਰਡ ਡਿਡਨਟ ਈਟ ਦ ਬ੍ਰੈਡ ਗਿਵਨ ਬਾਏ ਦ ਮਦਰ ਆਫ ਦ ਨਰੇਟਰ। ਜਿਹੜੀ ਬਰਡ ਸੀਗੇ ਉਹਨਾਂ ਨੇ ਜਦੋਂ ਨਰੇਟਰ ਦੀ ਮਦਰ ਨੇ ਉਹਨਾਂ ਨੂੰ ਰੋਟੀ ਪਾਈ, ਉਹਨਾਂ ਨੂੰ ਬ੍ਰੈਡ ਦਿੱਤੀ, ਅਤੇ ਉਹਨਾਂ ਨੇ ਉਹ ਨਹੀਂ ਖਾਧੀ ਸੀ। ਇਸ ਤਰ੍ਹਾਂ ਉਹਨਾਂ ਨੇ ਸ਼ੋਅ ਕੀਤਾ ਕਿ ਉਹ ਅੱਜ ਰੋਟੀ ਖਾਣ ਵਾਸਤੇ ਨਹੀਂ ਆਈਆਂ। ਇਸ ਦੇ ਨਾਲ ਹੀ ਤੁਹਾਡੀ ਜਿਹੜੀ ਵੀਡੀਓ ਹੈ ਵਾਲੀ ਉਹ ਖਤਮ ਹੁੰਦੀ ਹੈ। ਹੋਪ ਕਰਦਾ ਵਾਂ ਕਿ ਤੁਹਾਨੂੰ ਸਾਰੇ ਕੁਐਸਚਨ ਸਮਝ ਆ ਗਏ ਹੋਣਗੇ। ਅਗਲੀ ਵੀਡੀਓ ਦੇ ਵਿੱਚ ਅਸੀਂ ਲੌਂਗ ਆਨਸਰ ਟਾਈਪ ਕੁਐਸਚਨਸ ਕਰਾਂਗੇ। ਦੇਖਣ ਲਈ ਧੰਨਵਾਦ। ਸਬਸਕ੍ਰਾਈਬ ਕਰਨਾ ਨਾ ਭੁੱਲਿਓ, ਲਾਈਕ ਕਰਿਓ, ਸ਼ੇਅਰ ਕਰਿਓ।